ਚੇਤ ਗੋਬਿੰਦ ਆਰਾਧੀਐ, ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਚੇਤਰ ਮਹੀਨੇ ਦੀ ਆਰੰਭਤਾ ਹੋਈ ਹੈ ਔਰ ਇਸ ਦੇ ਨਾਲ ਹੀ ਨਾਨਕ ਸਾਹੀ ਸੰਮਤ 553 ਸ਼ੁਰੂ ਹੋਇਆ। ਨਵਾਂ ਵਰ੍ਹਾ, ਨਵਾਂ ਸਾਲ। ਚੇਤਰ ਦਾ ਮਹੀਨਾ ਨਾਨਕ ਸਾਹੀ ਸੰਮਤ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਦੇ ਉਪਦੇਸ਼ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਚੇਤ ਗੋਬਿੰਦ ਆਰਾਧੀਐ, ਹੋਵੈ ਆਨੰਦ ਘਣਾ। ਮਨੁੱਖ ਦੀ ਦਿਲੀ ਇੱਛਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋਵੇ, ਸੁਖ ਪ੍ਰਾਪਤ ਹੋਵੇ, ਤੇ ਆਪਣੀ ਆਪਣੀ ਸਮਝ ਮੁਤਾਬਕ ਮਨੁੱਖ ਉਹ ਹਰ ਯਤਨ ਕਰਦਾ ਹੈ ਜਿਸ ਨੂੰ ਕਰਨ ਕਰਕੇ ਉਹਨੂੰ ਆਨੰਦ ਮਿਲੇ। ਪਹਿਲਾਂ ਕੁਝ ਇਸ ਤਰ੍ਹਾਂ ਦਾ ਸਮਾਂ ਵੀ ਸੀ ਕਿ ਮਾਈਆਂ ਬੀਬੀਆਂ ਉਹ ਇਹ ਖਿਆਲ ਮਨ 'ਚ ਰੱਖਦੀਆਂ ਸੀ ਵੀ ਕਿਸੇ ਪੰਡਤ ਜਾਂ ਕਿਸੇ ਹੋਰ ਚੰਗੇ ਬੰਦੇ ਦੇ ਕੋਲੋਂ ਮਹੀਨੇ ਦੀ ਆਰੰਭਤਾ ਵਾਲੇ ਦਿਨ ਮਹੀਨੇ ਦਾ ਨਾਮ ਸੁਣਿਆ ਜਾਵੇ ਤੇ ਸੁੱਖ ਮਿਲਦਾ। ਪਰ ਗੁਰੂਦੇਵ ਜੀ ਨੇ ਕਿਹਾ ਕਿ ਜਿੱਥੇ ਤੂੰ ਬਹੁਤ ਸਾਰੇ ਉਦਮ ਕਰਦਾ ਹੈ ਵੀ ਮੈਨੂੰ ਆਨੰਦ ਮਿਲੇ, ਸੁੱਖ ਮਿਲੇ, ਛੋਟੇ ਛੋਟੇ ਤੂੰ ਸੁੱਖ ਪ੍ਰਾਪਤ ਕਰਦਾ ਹੈ, ਪਰ ਉਹ ਸੁੱਖ ਤੈਨੂੰ ਬਹੁਤੀ ਦੇਰ ਤ੍ਰਿਪਤ ਨਹੀਂ ਰੱਖ ਸਕਦੇ, ਕਿਉਂਕਿ ਮਨੁੱਖੀ ਸੁਭਾਅ ਹੈ ਕੋਈ ਨਵੀਂ ਚੀਜ਼ ਇਹਨੂੰ ਥੋੜ੍ਹਾ ਜਿਹਾ ਸਮਾਂ ਤਾਂ ਸਕੂਨ ਦਿੰਦੀ ਹੈ, ਇਹਨੂੰ ਚੰਗੀ ਲੱਗਦੀ ਹੈ, ਪਰ ਕੁਝ ਸਮੇਂ ਬਾਅਦ ਇਹਦਾ ਮਨ ਉਸ ਚੀਜ਼ ਤੋਂ ਉਚਾਟ ਹੋ ਜਾਂਦਾ ਹੈ। ਜੇ ਮਨੁੱਖ ਪੜ੍ਹ ਰਿਹਾ ਹੈ, ਦੇਰ ਤੋਂ ਪੜ੍ਹ ਰਿਹਾ, ਉਹਦਾ ਮਨ ਅੱਕ ਗਿਆ, ਉਹ ਕੁਝ ਤਬਦੀਲੀ ਚਾਹੁੰਦਾ ਹੈ, ਉਹ ਫਿਰ ਖੇਡ ਕੇ ਜਾਂ ਕੁਝ ਖਾਣ ਪਾਨ ਕਰਕੇ ਮਨ ਨੂੰ ਸੁੱਖ ਦੇਣ ਦਾ ਉਹ ਯਤਨ ਕਰਦਾ ਹੈ। ਗੁਰਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਸਮਾਂ ਤੇਰੇ ਸੁੱਖ ਨੂੰ ਖਤਮ ਕਰ ਦਿੰਦਾ ਹੈ। ਅਸੀਂ ਲੇਟਣ ਨੂੰ, ਆਰਾਮ ਕਰਨ ਨੂੰ ਕਹਿੰਦੇ ਹਾਂ ਵੀ ਇਹ ਬੜਾ ਸੁੱਖ ਵਾਲਾ ਕੰਮ ਹੈ, ਤੂੰ ਬੜੇ ਸੁੱਖ ਨਾਲ, ਬੜੇ ਆਨੰਦ ਨਾਲ ਲੰਮਾ ਪਿਆ। ਲੇਟੇ ਹੋਏ ਬੰਦੇ ਨੂੰ ਅਸੀਂ ਕਹਿੰਦੇ ਵੀ ਇਹ ਬੜਾ ਸੁਖੀ ਹੈ, ਪਰ ਆਖਰ ਉਹ ਕਿੰਨੀ ਕੁ ਦੇਰ ਲੇਟਿਆ ਰਹੇਗਾ? ਸਮਾਂ ਉਹਦੇ ਉਸ ਲੇਟ ਕੇ ਪ੍ਰਾਪਤ ਕੀਤੇ ਸੁੱਖ ਨੂੰ ਵੀ ਖਤਮ ਕਰ ਦੇਵੇਗਾ। ਸਮਾਂ ਬੰਦਾ ਪਿਆ ਪਿਆ ਵੀ ਅੱਕ ਜਾਂਦਾ ਹੈ, ਫਿਰ ਉਹ ਉੱਠਣਾ ਚਾਹੁੰਦਾ ਹੈ।
ਸੋ ਇਸ ਕਰਕੇ ਸਮਾਂ ਸਾਡੇ ਸੁੱਖਾਂ ਨੂੰ ਖਤਮ ਕਰ ਦਿੰਦਾ ਹੈ। ਗੁਰਬਾਣੀ ਵਿੱਚ ਦੁਨਿਆਵੀ ਸੁੱਖਾਂ ਨੂੰ ਅਲਪ ਸੁੱਖ ਕਿਹਾ ਹੈ। ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁੱਖ ਭਨੀਐ। ਇੱਕ ਬਚਨ ਆਉਂਦਾ ਹੈ, ਮਾਈ ਮਾਇਆ ਛਲ ਤਿਰਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ। ਵੀ ਦੁਨੀਆ ਦੇ ਸੁੱਖ ਤਾਂ ਇਸ ਤਰ੍ਹਾਂ ਹੈ ਜਿੱਦਾਂ ਘਾਹ ਦੀ ਨਿੱਕੀ ਜਿਹੀ ਢੇਰੀ ਨੂੰ ਅੱਗ ਲਾ ਕੇ ਮਨੁੱਖ ਕਹਿੰਦਾ ਵੀ ਮੈਂ ਨਿੱਘ ਪ੍ਰਾਪਤ ਕਰਾਂ, ਪਰ ਘਾਹ ਦੀ ਅੱਗ ਬਹੁਤੀ ਦੇਰ ਨਹੀਂ ਬਲਦੀ, ਉਹ ਬਹੁਤੀ ਦੇਰ ਨਿੱਘ ਨਹੀਂ ਦੇ ਸਕਦੀ। ਇਹ ਸੰਸਾਰ ਦੇ ਸੁੱਖ ਜਿਹੜੇ ਹੈ, ਮਾਇਆ ਦੇ ਸੁੱਖ ਜਿਹੜੇ ਨੇ, ਇਹ ਤੈਨੂੰ ਬਹੁਤੀ ਦੇਰ ਸੁਖੀ ਨਹੀਂ ਰੱਖ ਸਕਦੇ। ਜਿੱਦਾਂ ਬੱਦਲਾਂ ਦੀ ਛਾਂ ਤੈਨੂੰ ਕਿੰਨੀ ਕੁ ਦੇਰ ਸੂਰਜ ਦੀ ਤਪਸ਼ ਤੋਂ ਬਚਾਵੇਗੀ। ਹੜ੍ਹ ਦਾ ਪਾਣੀ ਮਾਰੂਥਲ ਇਲਾਕੇ ਵਿੱਚ ਵੀ ਜਾ ਚੜਿਆ, ਪਰ ਉਹ ਕਿੰਨੀ ਕੁ ਦੇਰ ਉੱਥੇ ਟਿਕੇਗਾ। ਇਸ ਕਰਕੇ ਭਾਈ ਜੇ ਤੂੰ ਆਨੰਦ ਹੀ ਪ੍ਰਾਪਤ ਕਰਨਾ ਚਾਹੁੰਦਾ ਤੇ ਮਹਾਰਾਜ ਕਹਿੰਦੇ ਤੈਨੂੰ ਜੁਗਤ ਦੱਸਦੇ ਆ, ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਬਹੁਤ ਘਣਾ ਆਨੰਦ ਤੈਨੂੰ ਪ੍ਰਾਪਤ ਹੋਵੇਗਾ ਜੇ ਤੂੰ ਪ੍ਰਭੂ ਨੂੰ ਆਰਾਧੇਂਗਾ। ਆਰਾਧਨ ਵਿੱਚ, ਨਾਮ ਜਪਣ ਦੇ ਵਿੱਚ ਸੁੱਖ ਹੈ, ਆਨੰਦ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਨਾਮ ਦਾ ਜਪਣਾ ਜਾਂ ਆਰਾਧਨ ਦਾ ਭਾਵ ਸਿਰਫ ਇਹੀ ਨਹੀਂ ਵੀ ਅਸੀਂ ਮੂੰਹੋਂ ਕਹਿ ਦਈਏ ਸਤਿਨਾਮ ਸ਼੍ਰੀ ਵਾਹਿਗੁਰੂ, ਮਿਲ ਗਿਆ ਸੁੱਖ, ਜਪ ਲਿਆ ਨਾਮ। ਨਹੀਂ ਨਹੀਂ, ਨਾਮ ਅਸੀਂ ਕਿਸ ਦਾ ਜਪਣਾ? ਅਕਾਲ ਪੁਰਖ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ। ਤੇ ਉਹ ਪਰਮਾਤਮਾ ਦੇ ਬਾਰੇ ਅਸੀਂ ਬਹੁਤ ਕੁਝ ਸੁਣਿਆ ਵੇਖਿਆ ਹੈ ਕਿ ਉਹ ਸਚਾਈ ਨੂੰ, ਚੰਗਿਆਈ ਨੂੰ ਪ੍ਰੇਮ ਕਰਦਾ ਹੈ। ਜਿੱਥੇ ਬੁਰਿਆਈ ਹੋਵੇ ਉੱਥੇ ਉਹ ਪਰਮਾਤਮਾ ਨਹੀਂ ਟਿਕਦਾ। ਇਸ ਕਰਕੇ ਭਾਈ ਕੇਵਲ ਰੱਬ ਦਾ ਨਾਮ ਮੂੰਹੋਂ ਰਸਨਾ ਦੇ ਨਾਲ ਲੈਣ ਦੇ ਨਾਲ ਗੱਲ ਨਹੀਂ ਬਣਨੀ, ਤੈਨੂੰ ਆਪਣੇ ਕਰਮ ਵੀ ਨਿਰਮਲ ਕਰਨੇ ਪੈਣੇ ਨੇ, ਬੁਰਾਈਆਂ ਤੋਂ ਤੈਨੂੰ ਵੀ ਦੂਰ ਹੋਣਾ ਪਏਗਾ। ਉਹਦੀ ਆਰਾਧਨਾ ਕਰ, ਉਹਦਾ ਨਾਮ ਜਪ, ਤੇ ਤੈਨੂੰ ਬੁਰਾਈਆਂ ਵੀ ਛੱਡਣੀਆਂ ਪੈਣਗੀਆਂ, ਫਿਰ ਤੈਨੂੰ ਆਨੰਦ ਮਿਲੇਗਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਿ ਜਿਹੜੇ ਪ੍ਰਭੂ ਦੇ ਪਿਆਰੇ ਨੇ, ਸੰਤ ਜਨ ਹਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ ਹੈ, ਉਹਨਾਂ ਨੂੰ ਮਿਲਿਆ ਵਾਹਿਗੁਰੂ ਦਾ ਨਾਮ ਆਪਣੀ ਰਸਨਾ ਦੇ ਨਾਲ ਉਚਾਰ ਕੇ, ਭਲੇ ਪੁਰਖਾਂ ਦੀ ਸੰਗਤ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਵਿੱਚ ਬੈਠਣਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਆਨੰਦ ਹੈ, ਬੜਾ ਵੱਡਾ ਇੱਕ ਸੁੱਖ ਹੈ। ਸਤ ਸੰਗੀਆਂ ਦੇ ਵਿੱਚ ਬੈਠ ਵਾਹਿਗੁਰੂ ਦਾ ਨਾਮ ਜਪਣਾ, ਨਾਮ ਜਪਿਆਂ ਪ੍ਰਭੂ ਦੀ ਬੰਦਗੀ ਕੀਰਤਿਆਂ ਜਿਹੜਾ ਸੁੱਖ ਪ੍ਰਾਪਤ ਹੁੰਦਾ। ਮਹਾਰਾਜ ਕਹਿੰਦੇ ਕੀਮ ਨਾ ਸਕਾਂ ਪਾਏ ਸੁੱਖ ਮਿੱਤੀ ਹੂੰ ਬਾਹਰੇ। ਇੰਨੇ ਸੁੱਖ ਮਿਲਦੇ ਨੇ ਕਿ ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ, ਉਹ ਮਿਣਤੀ ਤੋਂ ਪਰੇ ਨੇ ਉਹ ਸੁੱਖ। ਵਾਹਿਗੁਰੂ ਦਾ ਨਾਮ ਜਪਿਆਂ ਜਿਹੜੇ ਸੁੱਖ ਪ੍ਰਾਪਤ ਹੁੰਦੇ ਨੇ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼ ਤਨ ਮਾਹੇ ਮਿਟਾਵੋਂ। ਐਸੀ ਬਖਸ਼ਿਸ਼ ਹੈ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਵਿੱਚ। ਇਸ ਲਈ ਹੇ ਭਾਈ, ਤੂੰ ਪਰਮੇਸ਼ਰ ਦਾ ਨਾਮ ਆਰਾਧ, ਸਤ ਸੰਗੀਆਂ ਵਿੱਚ ਬੈਠ, ਆਪਣੀ ਰਸਨਾ ਦੇ ਨਾਲ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਵਿੱਚ ਪ੍ਰਭੂ ਮਿਲਾਪ ਪ੍ਰਾਪਤ ਕਰ ਲਿਆ, ਕਹਿੰਦੇ ਆਏ ਤਿਸ ਹੈ ਗਣਾ। ਉਹਨਾਂ ਨੂੰ ਹੀ ਜਾਣੋ ਕਿ ਉਹ ਇਸ ਸ੍ਰਿਸ਼ਟੀ ਉੱਤੇ ਆਏ ਹੋਏ ਨੇ। ਜਿਨ੍ਹਾਂ ਨੇ ਰੱਬੀ ਮਿਲਾਪ ਹੀ ਪ੍ਰਾਪਤ ਨਾ ਕੀਤਾ,
ਉਹ ਭਾਵੇਂ ਇੱਥੇ 70 ਸਾਲ 100 ਸਾਲ ਜਾਂ ਇਸ ਤੋਂ ਵੀ ਵਧੇਰੇ ਜੀ ਕੇ ਜਾਣ, ਉਹਨਾਂ ਨੂੰ ਆਏ ਹੋਏ ਨਹੀਂ ਮੰਨਿਆ ਜਾਏਗਾ। ਉਹਨਾਂ ਦਾ 100 ਸਾਲ ਇਸ ਧਰਤੀ ਤੇ ਵਿਚਰਨਾ, ਇੱਥੇ ਰਹਿਣਾ, ਖਾਣਾ ਪੀਣਾ ਸੌਣਾ, ਉਹ ਸਾਰਾ ਕੁਝ ਉਦੋਂ ਤੱਕ ਨਹੀਂ ਮੰਨਿਆ ਜਾਏਗਾ, ਉਦੋਂ ਤੱਕ ਪ੍ਰਵਾਨਗੀ ਨਹੀਂ ਜਦੋਂ ਤੱਕ ਰੱਬੀ ਮਿਲਾਪ ਪ੍ਰਾਪਤ ਨਹੀਂ ਹੋ ਜਾਂਦਾ। ਜਿਹੜੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਨੇ, ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਬਾਣੀ ਵਿੱਚ ਇੱਕ ਵਚਨ ਆਉਂਦਾ ਹੈ, ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਨੀਏ। ਆਏ ਵਸੈ ਸਾਧੂ ਕੈ ਸੰਗੇ, ਅੰਦਨ ਨਾਮ ਧਿਆਵੈ ਰੰਗੇ। ਆਵਤ ਸੋ ਜਨ ਨਾਮੈ ਰਾਤਾ, ਜਾ ਕੋ ਦਇਆ ਮਇਆ ਵਿਦਾਤਾ। ਇਕ ਹੈ ਆਵਨ ਫਿਰ ਜੋਨ ਨ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਆਇਆ ਸਫਲਤਾਹੂ ਕੋ ਗਨੀਏ, ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਉਹਨਾਂ ਨੂੰ ਹੀ ਆਏ ਹੋਏ ਗਿਣੋ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲਿਆ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਨਾ, ਉਹਦਾ ਦੀਦਾਰ ਜਿਨ੍ਹਾਂ ਨੇ ਕਰ ਲਿਆ, ਫਿਰ ਉਹਨਾਂ ਨੂੰ ਉਸ ਮਿਲਾਪ ਦਾ, ਦੀਦਾਰ ਦਾ ਜਿਹੜਾ ਸੁੱਖ ਪ੍ਰਾਪਤ ਹੋਇਆ, ਉਹ ਉਸ ਸੁੱਖ ਨੂੰ ਮਾਣਦੇ ਹੋਏ ਇਹ ਬੇਨਤੀ ਕਰਦੇ ਨੇ ਵੀ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਦੇਖੋ ਨਾ ਕਿੱਡੀ ਸੁਚੇਤਤਾ ਹੈ ਵੀ ਇੱਕ ਖਿਨ ਵੀ ਮੇਰਾ ਉਹਦੀ ਯਾਦ ਤੋਂ ਬਿਨਾਂ ਨਹੀਂ ਬੀਤਣਾ ਚਾਹੀਦਾ। ਤੇ ਸਾਨੂੰ ਤੇ ਕਈ ਕਈ ਦਿਨ ਚੇਤਾ ਹੀ ਨਹੀਂ ਆਉਂਦਾ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਅਸੀਂ ਤੇ ਸਭ ਕੁਝ ਭੁੱਲ ਭੁਲਾ ਕੇ ਮੌਜ ਮਸਤੀ ਦੇ ਵਿੱਚ ਲੱਗੇ ਰਹਿੰਦੇ ਹਾਂ। ਬੱਚਾ ਖੇਡ ਰਿਹਾ ਹੋਵੇ, ਉਹਨੂੰ ਉਹ ਖੇਡ ਦੇ ਵਿੱਚੋਂ ਇੰਨਾ ਆਨੰਦ ਪ੍ਰਾਪਤ ਹੁੰਦਾ ਹੈ, ਮਾਂ ਆਵਾਜ਼ ਮਾਰੇ, ਆ ਪੁੱਤ ਤੈਨੂੰ ਮੈਂ ਖਾਣਾ ਖਵਾਵਾਂ, ਆ ਤੈਨੂੰ ਦੁੱਧ ਪਿਲਾਵਾਂ, ਉਹ ਕਹਿੰਦਾ ਨਹੀਂ, ਮੈਨੂੰ ਅਜੇ ਹੋਰ ਖੇਡ ਲੈਣ ਦਿਓ। ਐਸੀ ਖੇਡ ਬਣ ਜਾਂਦੀ ਹੈ। ਜਿਹੜੇ ਉਹਦੇ ਮਿਲਾਪ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹ ਇੱਕ ਖਿਨ ਵੀ ਫਿਰ ਦੂਰ ਨਹੀਂ ਹੋਣਾ ਚਾਹੁੰਦੇ, ਵਿਛੜਨਾ ਨਹੀਂ ਚਾਹੁੰਦੇ। ਜਲ ਥਲ ਮਹੀਅਲ ਪੂਰਿਆ, ਉਹ ਉਸ ਪਰਮਾਤਮਾ ਨੂੰ ਪਾਣੀ ਵਿੱਚ, ਧਰਤੀ ਉੱਤੇ, ਆਕਾਸ਼, ਸਾਰੀਆਂ ਥਾਵਾਂ 'ਤੇ ਮਹਿਸੂਸ ਕਰਦੇ ਨੇ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਵਣ ਤਿਰਣ ਹਰ ਥਾਂ 'ਤੇ ਉਸ ਪਰਮਾਤਮਾ ਦੀ ਜੋਤ ਨੂੰ ਮਹਿਸੂਸ ਕਰਦੇ ਨੇ। ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਰਮਾਤਮਾ ਦੀ ਉਸਤਤ ਕਰਦੇ ਨੇ, ਅਸੀਂ ਬਚਨ ਪੜ੍ਹਦੇ ਹਾਂ, ਨਾਮ ਠਾਮ ਨ ਜਾਤ ਜਾਕਰ, ਰੂਪ ਰੰਗ ਨ ਰੇਖ, ਆਦ ਪੁਰਖ ਉਦਾਰ ਮੂਰਤ, ਅਜੋਨ ਆਦ ਅਸੇਖ। ਦੇਸ ਔਰ ਨ ਭੇਸ ਜਾਕਰ, ਰੂਪ ਰੇਖ ਨ ਰਾਗ, ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨੁਰਾਗ। ਉਹ ਤਾਂ ਪ੍ਰੇਮ ਸਰੂਪ ਹੋ ਕੇ ਸਾਰੇ ਪਾਸੇ ਫੈਲਿਆ ਹੋਇਆ। ਇੱਕ ਹੋਰ ਬਚਨ ਅਸੀਂ ਪੜ੍ਹਦੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ, ਕਿ ਉਹ ਪ੍ਰਭੂ ਤਾਂ ਹਰ ਪਾਸੇ ਪ੍ਰਕਾਸ਼ਮਾਨ ਹੈ, ਉਹ ਤੇ ਹਾਜ਼ਰ ਨਾਜ਼ਰ ਹੈ। ਇਹ ਅਵਸਥਾ ਬੜਾ ਸੁੱਖ ਦੇਣ ਵਾਲੀ ਹੈ, ਆਨੰਦ ਦੇਣ ਵਾਲੀ ਹੈ। ਭਾਗਾਂ ਵਾਲੇ ਇਸ ਅਵਸਥਾ ਦੇ ਆਨੰਦ ਨੂੰ ਮਾਣਦੇ ਨੇ।
ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਜੇਤਾ ਕੀਤਾ ਤੇਤਾ ਨਾਉ ਬਣ ਨਾਵੈ, ਨਾਹੀ ਕੋ ਥਾਉ। ਜੇ ਐਸਾ ਸੋਹਣਾ ਪ੍ਰਭੂ ਜਿਹੜਾ ਕਿਸੇ ਥਾਂ ਤੋਂ ਦੂਰ ਨਹੀਂ ਹੈ, ਹਰ ਥਾਂ ਤੇ ਹੈ, ਤੇ ਭਲਾ ਜੇ ਐਡਾ ਬਖਸ਼ਿੰਦ ਪ੍ਰਭੂ ਵੀ ਕਿਸੇ ਨੂੰ ਚੇਤੇ ਨਹੀਂ ਆਉਂਦਾ, ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ। ਕਹਿੰਦੇ ਫਿਰ ਉਹਨੂੰ ਭੁਲਾਉਣ ਕਰਕੇ ਜਿਹੜਾ ਦੁੱਖ ਹੁੰਦਾ ਹੈ ਉਹਦੀ ਕੌਣ ਗਿਣਤੀ ਕਰੇ, ਉਸ ਦੁੱਖ ਦੇ ਬਾਰੇ ਕੌਣ ਦੱਸੇ ਵੀ ਉਹ ਕਿੱਡਾ ਕੁ ਵੱਡਾ ਦੁੱਖ ਹੈ। ਰੱਬ ਦੇ ਪਿਆਰਿਆਂ ਨੂੰ ਰੱਬ ਦਾ ਭੁੱਲ ਜਾਣਾ ਬਹੁਤ ਦੁਖਦਾਈ ਜਾਪਦਾ ਹੈ। ਉਹ ਕਦੇ ਵੀ ਆਪਣੇ ਉਸ ਪ੍ਰਭੂ ਪ੍ਰੀਤਮ ਪਿਆਰੇ ਤੋਂ ਵਿਛੜਨਾ ਨਹੀਂ ਚਾਹੁੰਦੇ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਰਾਵਿਆ ਦਾ ਅਰਥ ਹੁੰਦਾ ਹੈ ਆਨੰਦਿਤ ਹੋਣਾ, ਮਿਲਾਪ ਦਾ ਆਨੰਦ ਮਾਣਨਾ। ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਿਆ, ਕਹਿੰਦੇ ਉਹਨਾਂ ਦੇ ਭਾਗ ਤਾਂ ਬਹੁਤ ਵੱਡੇ ਨੇ। ਭਾਗ ਮਾਣਾ, ਉਹਨਾਂ ਦੇ ਤਾਂ ਬੜੇ ਚੰਗੇ ਭਾਗ ਨੇ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲਿਆ। ਅਸੀਂ ਉਹਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਾਂ ਜਿਹਦੇ ਕੋਲੇ ਬਹੁਤ ਸਾਰਾ ਧਨ ਪਦਾਰਥ ਹੋਵੇ, ਕਾਰਾਂ ਕੋਠੀਆਂ ਹੋਣ। ਅਸੀਂ ਕਹਿੰਦੇ ਵੀ ਇਹ ਹੈ ਭਾਗਾਂ ਵਾਲਾ। ਪਰ ਗੁਰਦੇਵ ਜੀ ਨੇ ਜ਼ਿਕਰ ਕੀਤਾ ਵੀ ਜਿਹਦੇ ਕੋਲ ਇਸ ਦੁਨੀਆ ਦੇ ਤਮਾਮ ਸੁੱਖ ਹੋਣ, ਰੱਬ ਦੀ ਯਾਦ ਨਹੀਂ, ਕਹਿੰਦੇ ਉਹ ਬੰਦੇ ਨੂੰ ਸੁਖੀ ਤਾਂ ਕੀ, ਉਹਨੂੰ ਜਿਉਂਦਾ ਵੀ ਮੰਨਿਆ ਨਹੀਂ ਜਾ ਸਕਦਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਇਸ ਕਰਕੇ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਿਤਾ ਮਹਾਰਾਜ ਜੀ ਕਹਿੰਦੇ ਪ੍ਰਭੂ ਦਾ ਵਿਸਰ ਜਾਣਾ ਬਹੁਤ ਵੱਡਾ ਦੁੱਖ ਹੈ, ਤੇ ਜਿਹੜੇ ਉਹਦੇ ਮਿਲਾਪ ਨੂੰ ਮਾਣਦੇ ਨੇ ਉਹ ਬਹੁਤ ਵੱਡਾ ਸੁੱਖ ਹੈ। ਉਹ ਤਾਂ ਬੜੇ ਭਾਗਾਂ ਵਾਲੇ ਨੇ ਜਿਹੜੇ ਉਹਦੇ ਮਿਲਾਪ ਦਾ ਸੁੱਖ ਭੋਗਦੇ ਨੇ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਮੇਰਾ ਮਨ ਉਹਦੇ ਮਿਲਾਪ ਦੇ ਲਈ ਬਹੁਤ ਲੋਚ ਰਿਹਾ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਬੜੀ ਪਿਆਸ ਹੈ ਉਹਦੇ ਦਰਸ਼ਨਾਂ ਦੀ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਇਸ ਚੇਤ ਦੇ ਮਹੀਨੇ ਵਿੱਚ, ਇਸ ਸੁਹਾਵਣੀ ਰੁੱਤ ਵਿੱਚ, ਕਿਉਂਕਿ ਚੇਤਰ ਦਾ ਮਹੀਨਾ ਜਿਹੜਾ ਹੈ ਇਹਦੇ ਵਿੱਚ ਠੰਡ ਵੀ ਨਹੀਂ ਰਹਿੰਦੀ ਤੇ ਗਰਮੀ ਅਜੇ ਆਈ ਤਾਂ ਨਹੀਂ ਹੁੰਦੀ, ਆਉਣ ਦੇ ਸੰਕੇਤ ਮਿਲ ਰਹੇ ਹੁੰਦੇ ਨੇ। ਬੜਾ ਸੁਹਾਵਣਾ ਜਿਹਾ ਮੌਸਮ ਹੁੰਦਾ ਹੈ ਚੇਤਰ ਦੇ ਮਹੀਨੇ ਦਾ। ਭਾਵ ਇਹ ਮਨੁੱਖਾ ਜੀਵਨ ਵੀ ਬੜਾ ਸੁਹਾਵਣਾ ਹੈ। ਇਹ ਸੋਹਣਾ ਸਮਾਂ, ਭਾਗਾਂ ਵਾਲਾ ਸਮਾਂ ਹੈ। ਤੇ ਇਸ ਮਨੁੱਖਾ ਜੀਵਨ ਵਿੱਚ ਜੇ ਮੈਨੂੰ ਕੋਈ ਪ੍ਰਭੂ ਦੇ ਨਾਲ ਮਿਲਾਪ ਦੇਵੇ ਤੇ ਮੈਂ ਉਹਦੇ ਚਰਨ ਫੜ ਲਵਾਂ। ਕੋਈ ਜਨ ਹਰਸੋਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ। ਦੀਜੈ ਪ੍ਰਾਨ ਅਕੋਰ। ਉਸ ਪ੍ਰਭੂ ਦੇ ਨਾਲ ਕੋਈ ਮੈਨੂੰ ਮਿਲਾ ਦੇਵੇ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ। ਮੋਹਿ ਮਾਰਗ ਦਿਖਲਾਵੈ, ਤਿਸ ਜਨ ਕੇ ਹਉ ਮਾਲ ਮਾਲ ਧੋਵਾ ਪਾਉ। ਮੈਨੂੰ ਕੋਈ ਉਹਦੇ ਨਾਲ ਮਿਲਾ ਦੇਵੇ, ਪ੍ਰਭੂ ਦੇ ਨਾਲ, ਤੇ ਮੈਂ ਉਹਦੇ ਚਰਨਾਂ 'ਚ ਬੈਠੀ ਰਵਾਂ। ਮੈਂ ਉਹਦੇ ਚਰਨਾਂ ਨੂੰ ਮਲ ਮਲ ਕੇ ਧੋਵਾਂ। ਇਹ ਮੇਰੇ ਮਨ ਦੀ ਇੱਛਾ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਵਾਹਿਗੁਰੂ ਪਰਮਾਤਮਾ ਮਿਹਰ ਕਰੇ ਇਹ ਮਨੁੱਖਾ ਜੀਵਨ ਅਸੀਂ ਸਫਲਾ ਕਰ ਸਕੀਏ। ਸਾਰੇ ਮਨੁੱਖ
ਪ੍ਰਭੂ ਦੀ ਭਗਤੀ ਕਰਕੇ ਉਹਦੇ ਮਿਲਾਪ ਦਾ ਸੁਖ ਸਭ ਹੀ ਮਾਨਣ। ਇਹਦੇ ਲਈ ਅਸੀਂ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।